ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਦੂਜਾ। ਲੇਖਕ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ। ਦੂਜੇ ਕਾਂਡ ਦਾ ਚੌਥਾ ਭਾਗ ਦਸਵੰਧ ਅਤੇ ਪੰਜਵਾਂ ਭਾਗ ਦਾਨ ਪ੍ਰਥਾ ਅਤੇ ਗੁਰਬਾਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦੇ ਸ਼ਬਦ ਵਿਚਾਰਨ ਤੋਂ ਸਿੱਧ ਹੋਇਆ ਹੈ ਕਿ ਕਰਮ ਕਾਂਡੀ ਦਿਖਾਵੇ ਵਾਲੀ ਪੂਜਾ ਅਥਵਾ ਗੁਰੂ ਦਰਬਾਰ ਵਿੱਚ ਮਾਇਆ ਭੇਟਾ ਕਰਨੀ ਜਾਂ ਗੁਰੂ ਅਥਵਾ ਰੱਬ ਦੇ ਨਾਮ 'ਤੇ ਮਾਇਆ ਜਾਂ ਪਦਾਰਥ ਦਾਨ ਕਰਨ ਦੀ ਗੁਰਮਤਿ ਖੰਡਨਾ ਕਰਦੀ ਹੈ। ਫਿਰ ਝਟਪਟ ਹੀ ਇਹ ਸਵਾਲ ਸਾਹਮਣੇ ਆ ਖਲੋਂਦਾ ਹੈ ਕਿ ਮਾਇਆ ਤੋਂ ਬਿਨਾਂ ਗੁਰਮਤਿ ਦਾ ਪ੍ਰਚਾਰ ਕਿਵੇਂ ਹੁੰਦਾ ਰਿਹਾ। ਸਿੱਖੀ ਸਿਧਾਂਤ ਜਗਤ ਨੂੰ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਨੇ ਤਲਵੰਡੀ ਤੋਂ ਹੀ ਆਪਣੀ ਕਮਾਈ ਦਾ ਬਹੁਤਾ ਹਿੱਸਾ ਗੁਰਮਤਿ ਪ੍ਰਚਾਰ 'ਤੇ ਖਰਚਣਾ ਆਰੰਭ ਕਰ ਦਿੱਤਾ ਸੀ। 1485 ਈਸਵੀ ਵਿੱਚ ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਪੰਜਾਬ ਵਿਖੇ ਨਵਾਬ ਦੌਲਤ ਖਾਂ ਦੇ ਮੋਦੀ ਖਾਨੇ ਵਿੱਚ ਮੋਦੀ ਦੀ ਪਦਵੀ 'ਤੇ ਲੱਗ ਗਏ ਸਨ ਅਤੇ 1487 ਵਿੱਚ ਆਪ ਜੀ ਦਾ ਵਿਆਹ ਹੋ ਗਿਆ ਸੀ ਅਤੇ ਬਾਬਾ ਸ੍ਰੀ ਚੰਦ ਜੀ ਬਾਬਾ ਲਖਮੀ ਦਾਸ ਜੀ ਦੋਵੇਂ ਸਾਹਿਬਜ਼ਾਦਿਆਂ ਦਾ ਜਨਮ ਵੀ ਸੁਲਤਾਨਪੁਰ ਲੋਧੀ ਰਹਿੰਦਿਆਂ ਹੋ ਗਿਆ ਸੀ। ਮੋਦੀ ਖਾਨੇ ਦੀ ਸੇਵਾ ਸਮੇਂ ਗੁਰਦੇਵ ਜੀ ਆਪਣੀ ਕਮਾਈ ਵਿੱਚੋਂ ਗੁਜ਼ਾਰੇ ਜੋਗਾ ਪਦਾਰਥ ਰੱਖ ਕੇ ਬਾਕੀ ਸੱਤ ਸੰਗੀਆਂ ਲਈ ਲੰਗਰ ਜਾਂ ਗਰੀਬ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਨ 'ਤੇ ਖਰਚ ਕਰ ਦਿਆ ਕਰਦੇ ਸਨ। ਗੁਰਦੇਵ ਜੀ ਦੇ ਇਸ ਉਦਾਰਤਾ ਅਤੇ ਸਨੇਹ ਭਰੇ ਵਤੀਰੇ ਕਾਰਨ ਅਤੇ ਬ੍ਰਾਹਮਣੀ ਜੂਲੇ ਤੋਂ ਛੁਟਕਾਰਾ ਦਿਵਾਉਣ ਵਾਲੇ ਨਿਰਾਲੇ ਅਤੇ ਸਰਲ ਗਿਆਨ ਦੇ ਕਾਰਨ ਇਹਨਾਂ ਦੀ ਸ਼ੋਭਾ ਦੂਰ ਨੇੜੇ ਖਿਲਰਦੀ ਗਈ। ਸੋ ਬੇਅੰਤ ਲੋਕ ਇਹਨਾਂ ਦੇ ਵਿਚਾਰ ਸੁਣ ਕੇ ਸਿੱਖ ਬਣੇ। ਗੁਰੂ ਜੀ ਦੇ ਦੁਆਰੇ 'ਤੇ ਰੋਜ਼ ਲੰਗਰ ਚੱਲਦੇ ਵੇਖ ਕੇ ਤੰਗ ਦਿਲ ਲੋਕ ਇਹੀ ਅਨੁਮਾਨ ਲਾ ਰਹੇ ਸਨ ਕਿ ਗੁਰੂ ਨਾਨਕ ਜੀ ਜ਼ਰੂਰ ਮੋਦੀ ਖਾਨੇ ਦੇ ਭੰਡਾਰ ਵਿੱਚ ਹੇਰਾ ਫੇਰੀ ਕਰ ਰਹੇ ਹਨ। ਭਲਾ ਕੋਈ ਗ੍ਰਸਤੀ ਆਪਣੀ ਕਮਾਈ ਇਸ ਤਰ੍ਹਾਂ ਲੁਟਾ ਸਕਦਾ ਹੈ? ਉਹਨਾਂ ਨਿਕੰਮੇ ਅਤੇ ਕੰਜੂਸ ਸੁਭਾਅ ਵਾਲੇ ਨਿੰਦਕਾਂ ਦੀ ਹਾਲਤ ਇਹ ਸੀ। ਆਪ ਨਾ ਦੇਹ ਚੁਰੂ ਭਰ ਪਾਣੀ ਤਿਹ ਨਿੰਦੇ ਜਿਹ ਗੰਗਾ ਆਨੀ। ਪੰਨਾ 332। ਭਾਵ ਜਿਨ੍ਹਾਂ ਨੇ ਕਦੇ ਕਿਸੇ ਪਿਆਸੇ ਨੂੰ ਚੁਲੀ ਭਰ ਪਾਣੀ ਵੀ ਨਾ ਪਿਆਇਆ ਹੋਵੇ ਉਹ ਕਿਸੇ ਦੀਆਂ ਛਬੀਲਾਂ ਲੱਗੀਆਂ ਕਿਵੇਂ ਝੱਲ ਸਕਦੇ ਹਨ। ਭੁੱਖੇ ਨੂੰ ਕਦੇ ਸੁੱਕੀ ਰੋਟੀ ਵੀ ਨਾ ਦੇ ਸਕਣ ਵਾਲੇ ਕਠੋਰ ਦਿਲ ਵਾਲੇ ਨਿੰਦਕਾਂ ਨੇ ਬੜੇ ਭਰੋਸੇ ਅਤੇ ਪੱਕੇ ਵਿਸ਼ਵਾਸ ਨਾਲ ਨਵਾਬ ਕੋਲ ਸ਼ਿਕਾਇਤ ਕਰ ਦਿੱਤੀ। ਨਵਾਬ ਨੇ ਪੜਤਾਲ ਵਾਸਤੇ ਸਿਆਣੇ ਅਤੇ ਇਤਬਾਰੀ ਅਫਸਰ ਲਾ ਦਿੱਤੇ। ਤੰਗ ਦਿਲ ਅਤੇ ਕੱਟੜਵਾਦੀ ਮੁਸਲਮਾਨ ਕੱਛਾਂ ਵਜਾਉਂਦੇ ਸਨ ਕਿ ਗੁਰੂ ਨਾਨਕ ਬੜੇ ਤਗੜੇ ਗਬਨ ਦੇ ਮੁਕੱਦਮੇ ਵਿੱਚ ਫਸ ਜਾਣਗੇ। ਪਰ ਪੜਤਾਲ ਹੋਣ 'ਤੇ ਗੁਰਦੇਵ ਜੀ ਪੱਕੇ ਇਮਾਨਦਾਰ ਅਤੇ ਸਾਫ਼ ਹਿਸਾਬ ਕਿਤਾਬ ਰੱਖਣ ਵਾਲੇ ਸਿੱਧ ਹੋ ਕੇ ਨਵਾਬ ਦੀਆਂ ਅੱਖੀਆਂ ਦੇ ਤਾਰੇ ਬਣ ਗਏ। ਇਸ ਇਤਿਹਾਸਕ ਘਟਨਾ ਤੋਂ ਇਹ ਪਤਾ ਚੱਲਦਾ ਹੈ ਕਿ ਗੁਰਦੇਵ ਜੀ ਆਰੰਭ ਵਿੱਚ ਗੁਰਮਤਿ ਦੇ ਪ੍ਰਚਾਰ ਲਈ ਲੋੜੀਂਦੇ ਖਰਚ ਕਿੱਥੋਂ ਅਤੇ ਕਿਵੇਂ ਪੂਰੇ ਕਰਦੇ ਸਨ। ਨੋਟ: ਇਸ ਸਾਖੀ ਨੂੰ ਵਿਸਥਾਰ ਵਿੱਚ ਲਿਖਣ ਦਾ ਭਾਵ ਇਹ ਵੀ ਹੈ ਕਿ ਜਿਹੜੇ ਲੋਕ ਗੁਰਦੇਵ ਜੀ ਨੂੰ 13 ਤੋਂ ਮੈਂ 13 ਅਥਵਾ 13 ਆਖਦਿਆਂ ਅੰਨ੍ਹੇਵਾਹ ਮੋਦੀ ਖਾਨਾ ਲਟਾਉਂਦੇ ਵਿਖਾਉਂਦੇ ਹਨ ਅਤੇ ਫਿਰ ਹਿਸਾਬ ਨੂੰ ਕਰਾਮਾਤੀ ਢੰਗ ਨਾਲ ਠੀਕ ਕਰਕੇ ਸਗੋਂ ਨਵਾਬ ਨੂੰ ਗੁਰੂ ਸਾਹਿਬ ਦਾ ਕਰਜ਼ਾਈ ਦੱਸਦੇ ਹਨ, ਉਹ ਲੋਕ ਜਾਂ ਗੁਰਮਤਿ ਦੇ ਵਿਰੋਧੀ ਹਨ ਜਾਂ ਅਗਿਆਨੀ ਹਨ। ਇਸ ਤਰ੍ਹਾਂ ਦੀ ਗਾਥਾ ਘੜਨੀ ਪੁਰੋਹਿਤ ਦਾ ਕੰਮ ਹੈ। ਢੁਕਵਾਂ ਸਮਾਂ ਸਮਝ ਕੇ ਗੁਰਦੇਵ ਜੀ ਨੇ ਉਦਾਸੀ ਬਾਣਾ ਧਾਰ ਲਿਆ। ਵਿਪਰਨ ਕੀ ਰੀਤ ਦੇ ਪ੍ਰਚਾਰ ਦੇ ਅੱਡਿਆਂ ਸਾਧ ਸੰਤਾਂ ਜੋਗੀਆਂ ਨਾਥਾਂ ਆਦਿ ਦੇ ਮੱਠਾਂ 'ਤੇ ਪੁੱਜ ਕੇ ਧਰਮ ਦੇ ਠੇਕੇਦਾਰ ਬਣੀ ਬੈਠੇ ਹੰਕਾਰੀਆਂ ਨੂੰ ਮਨੁੱਖਤਾ ਦੀ ਸੱਚੀ ਸੇਵਾ ਦਾ ਰਾਹ ਵਿਖਾਇਆ। ਵਿਪਰਨ ਦੀ ਰੀਤ ਦੇ ਧਾਰਨੀ ਬਣੇ ਹੋਏ ਅਥਵਾ ਅਗਿਆਨਤਾ ਕਾਰਨ ਭਰਮਾਂ ਵਿੱਚ ਫਸੇ ਹੋਏ ਲੋਕਾਂ ਦੇ ਵੱਡੇ ਵੱਡੇ ਜੋੜ ਮੇਲਿਆਂ ਵਾਲੇ ਥਾਈਂ ਤੀਰਥ ਅਸਥਾਨਾਂ ਮੰਦਰਾਂ ਮਸਜਿਦਾਂ ਪੀਰਾਂ ਫਕੀਰਾਂ ਦੇ ਡੇਰਿਆਂ ਅਥਵਾ ਗੱਦੀਆਂ ਆਦਿ 'ਤੇ ਆਪਣੇ ਨਿਰਾਲੇ ਗਿਆਨ ਦੀ ਖੜਗ ਵਰਤ ਕੇ ਉਹਨਾਂ ਭਰਮਗੜਾਂ 'ਤੇ ਜਿੱਤ ਪ੍ਰਾਪਤ ਕਰਕੇ ਗੁਰਮਤਿ ਗਿਆਨ ਦਾ ਨਗਾਰਾ ਖੜਕਾਇਆ। ਮੋਹ ਨਿੰਦਰਾ ਨੂੰ ਤਿਆਗ ਕੇ ਜਾਗ ਚੁੱਕ ਕੇ ਹਮ ਖਿਆਲੀ ਭਗਤ ਜਨਾਂ ਦੇ ਘਰੀਂ ਪੁੱਜ ਕੇ ਉਹਨਾਂ ਦੀ ਬਾਣੀ ਇਕੱਤਰ ਕਰਕੇ ਸੰਭਾਲੀ। ਜਨਤਾ ਦੀ ਜਾਨ ਅਤੇ ਮਾਲ ਲਈ ਗੰਭੀਰ ਖਤਰਾ ਬਣੇ ਹੋਏ ਅਪਰਾਧੀਆਂ ਕੋਲ ਪੈਦਲ ਪੁੱਜੇ
ਅਤੇ ਉਹਨਾਂ ਨੂੰ ਸਿੱਖੀ ਜੀਵਨ ਬਖਸ਼ ਕੇ ਜਨਤਾ ਦੇ ਸੇਵਕ ਬਣਾਇਆ। ਗੁਰਮਤ ਦਾ ਪ੍ਰਚਾਰ ਕਰਨ ਵਾਸਤੇ ਗੁਰਦੇਵ ਜੀ ਨੇ ਜਾਨਲੇਵਾ ਖਤਰਿਆਂ ਨਾਲ ਭਰੇ ਰਸਤਿਆਂ ਵਾਲੇ ਭਾਰਤ, ਬਰਮਾ, ਲੰਕਾ, ਤਿੱਬਤ, ਨੇਪਾਲ ਅਤੇ ਹੋਰ ਪਹਾੜੀ ਰਸਤਿਆਂ ਤੋਂ ਲੰਘ ਕੇ ਚੀਨ, ਲੇਹ ਲਦਾਖ ਅਤੇ ਫਿਰ ਮੁਸਲਮਾਨੀ ਜਗਤ ਦੇ ਦੇਸ਼ ਅਫਗਾਨਿਸਤਾਨ, ਈਰਾਨ ਅਤੇ ਹੋਰ ਅਰਬ ਦੇਸ਼ਾਂ ਵਿੱਚ ਕਰੀਬ 35,000 ਮੀਲ ਪੈਂਡਾ ਆਪਣੇ ਪਾਵਨ ਪਵਿੱਤਰ ਚਰਨਾਂ ਨਾਲ ਪੈਦਲ ਚੱਲ ਕੇ ਗੁਰਮਤ ਗਿਆਨ ਦਾ ਚਾਨਣਾ ਖਿਲਾਰਿਆ। ਗੁਰਮਤ ਦੇ ਪ੍ਰਚਾਰ ਵਾਸਤੇ ਗੁਰਦੇਵ ਜੀ ਨੇ ਰਾਗ ਦਾ ਹਥਿਆਰ ਵਰਤਿਆ ਅਤੇ ਇਸ ਲਾਹੇਵੰਦ ਹਥਿਆਰ ਨੂੰ ਵਰਤ ਕੇ ਗੁਰਮਤ ਪ੍ਰਚਾਰਨ ਦੀ ਰੀਤ ਚਲਾਈ। ਅਸੀਂ ਰਾਗ ਨੂੰ ਹੀ ਕੀਰਤਨ ਸਮਝ ਲਿਆ, ਰਾਗ ਦੇ ਕੰਨ ਰਸ ਨੂੰ ਗੁਰਬਾਣੀ ਦਾ ਆਨੰਦ ਸਮਝ ਲਿਆ ਅਤੇ ਗੁਰਮਤ ਨੂੰ ਸਮਝਣ ਦੀ ਲੋੜ ਹੀ ਭੁਲਾ ਦਿੱਤੀ। ਗੁਰਬਾਣੀ ਲਿਖ ਕੇ ਆਪ ਸਾਂਭੀ, ਲੋਕਾਂ ਨੂੰ ਕੰਠ ਕਰਾਈ ਅਤੇ ਲਿਖਾਈ। ਆਪਣੇ ਨਾਲ ਗਰੀਬ ਅਤੇ ਅਛੂਤ ਘਰ ਦੇ ਭਾਈ ਮਰਦਾਨੇ ਨੂੰ ਰਬਾਬੀ ਅਤੇ ਸਾਥੀ ਰੱਖ ਕੇ ਬਿਨਾਂ ਕਿਸੇ ਮਾਇਆ ਦੇ ਖਰਚ ਦੀ ਪਰਵਾਹ ਕਰਨ ਦੇ ਆਪਣੀ ਜਾਨ ਹੀਲ ਕੇ ਗੁਰਮਤ ਗਿਆਨ ਨੂੰ ਅਜਿਹੀ ਯੋਗਤਾ ਅਤੇ ਲਗਨ ਨਾਲ ਵੰਡਿਆ ਕਿ ਗੁਰੂ ਨਾਨਕ ਨਾਮਲੇਵਾ ਦੀ ਗਿਣਤੀ ਸੂਝਵਾਨ ਅਤੇ ਖੋਜੀ ਇਤਿਹਾਸਕਾਰਾਂ ਦੇ ਮਤ ਅਨੁਸਾਰ 2 ਕਰੋੜ ਤੱਕ ਜਾ ਪੁੱਜੀ ਸੀ। ਫਿਰ ਗੁਰਦੇਵ ਜੀ ਨੇ ਆਪਣੇ ਨਿਰਾਲੇ ਸਿਧਾਂਤ ਦਾ ਜ਼ਰੂਰੀ ਹਿੱਸਾ ਸਮਝਾਉਣ ਵਾਸਤੇ ਉਦਾਸੀ ਬਾਣਾ ਉਤਾਰ ਦਿੱਤਾ। ਜ਼ਿਲ੍ਹਾ ਸਿਆਲਕੋਟ, ਪਾਕਿਸਤਾਨ ਵਿਖੇ ਪਿੰਡ ਵਸਾਇਆ, ਜਿਸ ਦਾ ਨਾਮ ਗੁਰਦੇਵ ਜੀ ਨੇ ਕਰਤਾਰਪੁਰ ਰੱਖਿਆ ਅਤੇ ਖੇਤੀ ਕਰਨੀ ਆਰੰਭ ਕਰ ਦਿੱਤੀ। ਪਿੰਡ ਕਰਤਾਰਪੁਰ ਗੁਰੂ ਨਾਨਕ ਨਾਮਲੇਵਾ ਵਾਸਤੇ ਮਹਾਨ ਤੀਰਥ ਬਣ ਗਿਆ। ਦੂਰ ਦੁਰਾਡੇ ਦੇ ਇਲਾਕਿਆਂ ਤੋਂ ਗੁਰੂ ਨਾਨਕ ਜੀ ਦੇ ਸ਼ਰਧਾਲੂ ਦਰਸ਼ਨਾਂ ਨੂੰ ਆਉਂਦੇ ਅਤੇ ਕਈ ਦਿਨ ਸਤ ਸੰਗਤ ਦਾ ਆਨੰਦ ਮਾਣਦੇ। ਲੰਗਰ ਦਾ ਖਰਚ ਵੱਧਦਾ ਗਿਆ। ਖੇਤੀ ਦੀ ਕਿਰਤ ਵਿੱਚੋਂ ਜੋ ਆਮਦਨ ਹੁੰਦੀ ਸੀ ਉਸ ਵਿੱਚੋਂ ਥੋੜ੍ਹਾ ਹਿੱਸਾ ਹੀ ਗੁਰਦੇਵ ਜੀ ਆਪਣੀਆਂ ਪਰਿਵਾਰਕ ਲੋੜਾਂ 'ਤੇ ਖਰਚਦੇ ਸਨ। ਬਾਕੀ ਸਾਰੀ ਕਮਾਈ ਲੰਗਰ ਵਾਸਤੇ ਹੁੰਦੀ। ਇਸ ਵੇਲੇ ਤਾਈਂ ਬਾਬਾ ਬੁੱਢਾ ਜੀ, ਭਗੀਰਥ ਜੀ, ਮਨਸੁਖ ਜੀ, ਸ਼ੀਆਂ ਜੀ ਆਦਿ ਨੇ ਪ੍ਰੇਰਨਾ ਕਰਕੇ ਬੇਅੰਤ ਸਿੱਖ ਆਪਣੇ ਨਾਲ ਰਲਾ ਲਏ, ਜੋ ਆਪਣੀ ਨੇਕ ਮਿਹਨਤ ਦੀ ਕਿਰਤ ਕਮਾਈ ਨਾਲ ਹੁੰਦੀ ਆਮਦਨ ਵਿੱਚੋਂ 10ਵਾਂ ਹਿੱਸਾ ਗੁਰਮਤ ਪ੍ਰਚਾਰ ਅਤੇ ਲੰਗਰ ਵਾਸਤੇ ਗੁਰੂ ਕੇ ਸਾਂਝੇ ਖਜ਼ਾਨੇ ਵਿੱਚ ਪਹੁੰਚਾਉਣ ਲੱਗ ਪਏ। ਗੁਰੂ ਨਾਨਕ ਸਾਹਿਬ ਜੀ ਦੀ ਧਰਮਸ਼ਾਲਾ ਦੀ ਸੇਵਾ ਸੰਭਾਲ ਦਾ ਕੰਮ ਲਹਿਣਾ ਜੀ ਨੇ ਬੜੀ ਯੋਗਤਾ ਨਾਲ ਸੰਭਾਲ ਲਿਆ। ਗੰਦ ਦੇ ਭਰੇ ਚੜੇ ਵਿੱਚ ਡਿੱਗਾ ਕਟੋਰਾ ਗੁਰਦੇਵ ਜੀ ਨੇ ਆਪਣੇ ਪਰਮ ਸੇਵਕ ਲਹਿਣਾ ਜੀ ਕੋਲੋਂ ਕਢਵਾ ਕੇ ਮਨੁੱਖ ਨੂੰ ਇਹ ਬਹੁਮੁੱਲੀ ਸਿੱਖਿਆ ਦਿੱਤੀ ਕਿ ਗੰਦ ਵਿੱਚ ਫਸ ਕੇ ਦੁਖੀ ਹੋ ਰਹੇ ਮਨੁੱਖ ਨੂੰ ਕੱਢਣ ਵਾਸਤੇ ਆਪ ਨੂੰ ਵੀ ਗੰਦ ਵਿੱਚ ਵੜਨਾ ਪਏ ਤਾਂ ਝਿਜਕ ਅਥਵਾ ਢਿੱਲ ਨਹੀਂ ਕਰਨੀ। ਇਹ ਸਨ ਉਹ ਪਾਵਨ ਪਵਿੱਤਰ ਸਾਧਨ ਜਿਨ੍ਹਾਂ ਨਾਲ ਨਿਆਰੇ ਗੁਰਮਤ ਸਿਧਾਂਤ ਦਾ ਪ੍ਰਚਾਰ ਆਰੰਭ ਹੋਇਆ ਸੀ। ਨੋਟ: ਨਿਆਰੇ ਤੇ ਸੂਰਮੇ ਗੁਰੂ ਵੱਲੋਂ ਗੁਰਮਤ ਦੇ ਪ੍ਰਚਾਰ ਵਾਸਤੇ ਘਾਲੀ ਹੋਈ ਘਾਲਣਾ ਦਾ ਵੇਰਵਾ ਦੁਬਾਰਾ ਪਹਿਲਾਂ ਸੁਣੀ ਪੁਕਾਰ ਪ੍ਰਭ ਵਾਲੇ ਪ੍ਰਕਰਨ ਵਿੱਚ ਆ ਚੁੱਕਾ ਹੈ। ਇਸ ਕਾਰਨ ਲਿਖਿਆ ਹੈ ਕਿ ਅਸੀਂ ਆਪਣੇ ਅੰਦਰ ਝਾਤੀ ਮਾਰ ਵੇਖੀਏ। ਅਸੀਂ ਗੁਰਸਿੱਖੀ ਦੇ ਪ੍ਰਚਾਰ ਲਈ ਕੀ ਕਰ ਰਹੇ ਹਾਂ? ਕਿ ਅਸੀਂ ਕਿਸੇ ਇੱਕ ਮਨੁੱਖ ਨੂੰ ਵੀ ਗੁਰਮਤ ਸਿਧਾਂਤ ਸਮਝਾ ਸਕਣ ਦੀ ਯੋਗਤਾ ਰੱਖਦੇ ਹਾਂ? ਨਿਰਾਲੇ ਗਿਆਨ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਗੁਰਦੇਵ ਜੀ ਨੇ ਨਾ ਹੀ ਕਿਸੇ ਮਾਇਆ ਦੀ ਲੋੜ ਦੀ ਪਰਵਾਹ ਕੀਤੀ, ਨਾ ਹੀ ਸਫ਼ਰ ਦੇ ਵਿਖੜੇ ਪੈਂਡਿਆਂ ਦੀਆਂ ਔਕੜਾਂ ਤੋਂ ਝਿਜਕੇ ਅਤੇ ਆਪਣੀ ਜ਼ਿੰਦਗੀ ਵਿੱਚ ਧਰਤੀ ਦੇ ਏਡੇ ਵਿਸ਼ਾਲ ਇਲਾਕੇ ਵਿੱਚ ਗੁਰਮਤ ਗਿਆਨ ਦਾ ਛੱਟਾ ਦੇਣ ਵਿੱਚ ਸਫਲ ਹੋ ਗਏ ਸਨ। ਪਰ ਅਸੀਂ ਜੋ ਆਪਣੇ ਆਪ ਨੂੰ ਅੰਮ੍ਰਿਤਧਾਰੀ ਅਤੇ ਪੱਕੇ ਰਹਿਤੀਏ ਕਲਗੀਆਂ ਵਾਲੇ ਦੇ ਸਿੰਘ ਸਮਝਦੇ ਹਨ, ਕਿਸੇ ਗਵਾਂਢੀ ਭਰਾ ਨੂੰ ਅਥਵਾ ਆਪਣੇ ਹੀ ਪਰਿਵਾਰ ਦੇ ਜੀਅ ਨੂੰ ਗੁਰਮਤ ਦਾ ਸਿਧਾਂਤ ਨਹੀਂ ਸਮਝਾ ਸਕਦੇ। ਈਸਾਈ ਧਰਮ ਵਾਲੇ ਲੋਕਾਂ ਨੇ ਘਰੀਂ ਪੁੱਜ ਕੇ ਆਪਣੇ ਪੈਗੰਬਰ ਯਿਸੂ ਮਸੀਹ ਦਾ ਸੁਨੇਹਾ ਪਹੁੰਚਾਉਣਾ ਆਪਣੀ ਜ਼ਿੰਦਗੀ ਦਾ ਸਭ ਤੋਂ ਜ਼ਰੂਰੀ ਫਰਜ਼ ਬਣਾ ਲਿਆ ਹੈ, ਜਿਸ ਦਾ ਸਿੱਟਾ ਹੈ ਕਿ ਅੱਜ ਦੁਨੀਆ ਦੇ ਬਹੁਤੇ ਹਿੱਸੇ 'ਤੇ ਈਸਾਈ ਧਰਮ ਦਾ ਰਾਜ ਹੈ। ਦੁਨੀਆ ਭਰ ਦੇ ਕਿਸੇ ਧਰਮ ਕੋਲ ਏਡਾ ਨਵੀਨ ਅਤੇ ਮਨੁੱਖ ਨੂੰ ਦੇਵਤਾ ਬਣਾ ਦੇਣ ਦੀ ਸਮਰੱਥਾ ਵਾਲਾ ਗਿਆਨ ਨਹੀਂ ਹੈ ਜੋ ਗੁਰਮਤ ਦੇ ਭੰਡਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਹਨ। ਪਰ ਫਿਰ ਵੀ ਸਾਡੀ ਹਾਲਤ ਇਹ ਹੈ ਕਿ ਕਿਸੇ ਦੂਜੇ ਧਰਮ ਵਾਲੇ ਨੂੰ ਗੁਰਮਤ ਸਿਧਾਂਤ ਦੱਸਣਾ ਤਾਂ ਕਿਤੇ ਰਿਹਾ, ਸਾਨੂੰ ਆਪ ਨੂੰ ਗੁਰਬਾਣੀ ਵਿਚਲੀ ਅਦੁੱਤੀ ਕਰਾਮਾਤ ਦਾ ਗਿਆਨ ਨਹੀਂ ਹੈ। ਅਸੀਂ ਤਾਂ ਆਪਣੇ ਹੀ ਸਿੱਖ ਭਰਾ ਨੂੰ ਇਹ ਨਹੀਂ ਦੱਸ ਸਕਦੇ ਕਿ ਬਿੱਪਰ ਦੀ ਉਹ ਕਿਹੜੀ ਰੀਤ ਹੈ
ਜਿਸ ਨੂੰ ਕਲਗੀਧਰ ਜੀ ਨੇ ਸਿੱਖੀ ਲਈ ਖਤਰਨਾਕ ਕਿਹਾ ਸੀ। ਗੁਰਮਤ ਸਿਧਾਂਤ ਦਾ ਪ੍ਰਚਾਰ ਕਰਨ ਵਾਲੇ 2 ਕਰੋੜ ਸਿੱਖਾਂ ਵਿੱਚੋਂ ਅਸੀਂ 2 ਲੱਖ ਵੀ ਨਿੱਤਰ ਪਈਏ ਤਾਂ ਸਾਰੀ ਦੁਨੀਆ ਵਿੱਚ ਗੁਰੂ ਨਾਨਕ ਸਾਹਿਬ ਦਾ ਡੰਕਾ ਵਜਾ ਦਈਏ। ਪਰ ਅਸਾਂ ਇਹ ਜ਼ਰੂਰੀ ਸੇਵਾ ਸ਼੍ਰੋਮਣੀ ਕਮੇਟੀ ਤੋਂ ਆਰੰਭ ਹੋ ਕੇ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਉਹਨਾਂ ਮੈਂਬਰਾਂ ਦਾ ਜ਼ਿੰਮਾ ਸਮਝ ਲਈ ਹੋਈ ਹੈ ਜਿਹੜੇ ਚੋਣਾਂ ਅਤੇ ਚੌਧਰ ਦੇ ਬੁਖਾਰ ਕਾਰਨ ਸੁੱਧ ਬੁੱਧ ਹੀ ਗਵਾ ਚੁੱਕੇ ਹਨ, ਜਿਹੜੇ ਆਪ ਹੀ ਬਹੁਰੰਗੀ ਮਾਇਆ ਦੇ ਨਸ਼ੇ ਦੀ ਘੂਕੀ ਵਿੱਚ ਪਏ ਘੁਰਾੜੇ ਮਾਰ ਰਹੇ ਹਨ। ਉਹਨਾਂ ਨੂੰ ਗੁਰੂ ਘਰਾਂ ਵਿੱਚ ਵਰਤ ਰਹੇ ਦੁਖਦਾਈ ਭਾਣੇ ਨਾਲ ਕੀ ਵਾਸਤਾ। ਗੁਰੂ ਨਾਨਕ ਸਾਹਿਬ ਜੀ ਤੋਂ ਆਰੰਭ ਹੋਈ ਇਸ ਦਸਵੰਧ ਦੀ ਪ੍ਰਥਾ ਸਿੱਖੀ ਧਰਮ ਦਾ ਅੰਗ ਬਣ ਗਈ ਅਤੇ ਹਰ ਗੁਰਸਿੱਖ ਆਪਣੀ ਕਮਾਈ ਦਾ 10ਵਾਂ ਹਿੱਸਾ ਗੁਰੂ ਕੇ ਖਜ਼ਾਨੇ ਦੇ ਮੁਨਸ਼ੀ ਅਥਵਾ ਖਜ਼ਾਨਚੀ ਕੋਲ ਪਹੁੰਚਾ ਦਿਆ ਕਰਦਾ ਸੀ। ਜਦ ਆਵਾਜਾਈ ਦੇ ਸਾਧਨਾਂ ਦੀ ਅਣਹੋਂਦ ਕਾਰਨ ਦੂਰ ਦੁਰਾਡੇ ਵਾਲੇ ਸਿੱਖਾਂ ਦਾ ਦਸਵੰਧ ਸਮੇਂ ਸਿਰ ਪੁੱਜਣ ਵਿੱਚ ਔਕੜ ਆਉਣ ਲੱਗ ਪਈ ਤਾਂ ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਨੇ ਸੂਝਵਾਨ ਅਤੇ ਗੁਰਮਤਿ ਦੇ ਗਿਆਤਾ ਗੁਰਸਿੱਖਾਂ ਨੂੰ ਗੁਰਮਤਿ ਦਾ ਪ੍ਰਚਾਰ ਕਰਨ ਲਈ ਅਤੇ ਦਸਵੰਧ ਦੀ ਮਾਇਆ ਇਕੱਤਰ ਕਰਕੇ ਗੁਰੂ ਕੇ ਖਜ਼ਾਨੇ ਭੇਜਣ ਦੀ ਸੇਵਾ ਲਾ ਕੇ ਜਿੱਥੇ ਠੀਕ ਸਮਝਿਆ ਦੂਰ ਨੇੜੇ ਦੇ ਇਲਾਕਿਆਂ ਵਿੱਚ ਭੇਜ ਦਿੱਤਾ। ਗੁਰੂ ਘਰ ਵੱਲੋਂ ਥਾਪੇ ਗਏ ਇਨ੍ਹਾਂ ਸੇਵਾਦਾਰ ਪ੍ਰਬੰਧਕਾਂ ਨੂੰ ਮਸੰਦ ਕਿਹਾ ਜਾਂਦਾ ਸੀ। ਮਹਾਨ ਕੋਸ਼ ਦੇ 932 ਸਫ਼ੇ 'ਤੇ ਮਸੰਦ ਦੇ ਅਰਥ ਇਸ ਪ੍ਰਕਾਰ ਲਿਖੇ ਹਨ। ਮਸਨੰਦ ਗੱਦੀ ਨਾਲ ਸੰਬੰਧ ਰੱਖਣ ਵਾਲਾ। ਜੋ ਲੋਕ ਸਿੱਖਾਂ ਤੋਂ ਦਸੌਂਧ ਅਤੇ ਕਾਰ ਭੇਟਾ ਉਗਰਾਉਂਦੇ ਅਤੇ ਸਿੱਖੀ ਦਾ ਪ੍ਰਚਾਰ ਕਰਦੇ ਉਹ ਮਸੰਦ ਕਹੇ ਜਾਂਦੇ ਸਨ। ਚੌਥੇ ਸਤਿਗੁਰਾਂ ਦੇ ਸਮੇਂ ਤੋਂ ਲੈ ਕੇ ਸੰਮਤ 1755 ਤੀਕ ਇਹ ਸਿਲਸਿਲਾ ਰਿਹਾ। ਫਿਰ ਦਸ਼ਮੇਸ਼ ਜੀ ਨੇ ਮਸੰਦਾਂ ਦੀਆਂ ਬੁਰੀਆਂ ਕਰਤੂਤਾਂ ਵੇਖ ਕੇ ਇਹ ਅਹੁਦਾ ਹਟਾ ਦਿੱਤਾ, ਬਲਕਿ ਅੰਮ੍ਰਿਤ ਛਕਾਉਣ ਸਮੇਂ ਉਪਦੇਸ਼ ਦਿੱਤਾ ਕਿ ਮਸੰਦਾਂ ਨਾਲ ਨਹੀਂ ਵਰਤਣਾ। ਤਜ ਮਸੰਦ ਪ੍ਰਭ ਏਕ ਜਪ, ਜਿਹੇ ਬਵੇਕ ਤਹਿ ਕੀਨ ਗੁਰੂ ਸ਼ੋਭਾ। ਗੁਰਮਤਿ ਮਾਰਤਾਂਡ ਗ੍ਰੰਥ ਦੇ 743 ਸਫ਼ੇ ਦੇ ਮਸੰਦ ਸਿਰਲੇਖ ਹੇਠ ਲਿਖਿਆ ਹੈ। ਸਤਿਗੁਰਾਂ ਦੀ ਮਸਨੰਦ ਗੱਦੀ ਨਾਲ ਸੰਬੰਧ ਰੱਖਣ ਵਾਲੇ ਪ੍ਰਚਾਰਕਾਂ ਦੀ ਇਹ ਸੰਗਿਆ ਸੀ। ਦਬਿਸਤਾਨ ਦੀ ਦੂਜੀ ਫਸਲ ਦੀ 12ਵੀਂ ਨਜ਼ਰ ਵਿੱਚ ਮੌਸਮ ਫਾਨੀ ਲਿਖਦਾ ਹੈ, ਅਫਗਾਨ ਬਾਦਸ਼ਾਹਾਂ ਵੇਲੇ ਅਮੀਰਾਂ ਨੂੰ ਮਸਨਦੇ ਆਲੀ ਲਿਖਿਆ ਜਾਂਦਾ ਸੀ, ਜਿਸ ਤੋਂ ਮਸੰਦ ਸ਼ਬਦ ਬਣ ਗਿਆ। ਕਿਉਂਕਿ ਸਿੱਖ ਗੁਰੂਆਂ ਨੂੰ ਸੱਚਾ ਪਾਤਸ਼ਾਹ ਜਾਣਦੇ ਹਨ, ਇਸ ਵਾਸਤੇ ਉਹਨਾਂ ਦੇ ਗੁਮਾਸ਼ਤਿਆਂ ਨੂੰ ਮਸੰਦ ਆਖਦੇ ਹਨ। ਮਸੰਦਾਂ ਨੂੰ ਰਾਮਦਾਸ ਵੀ ਸੱਦੀਦਾ ਹੈ। ਮਸੰਦਾਂ ਦੀ ਗੱਦੀ ਨੂੰ ਗੁਰੂ ਗੱਦੀ ਤੋਂ ਦੂਜੇ ਨੰਬਰ 'ਤੇ ਮੰਨਿਆ ਜਾਂਦਾ ਸੀ। ਹੌਲੀ ਹੌਲੀ ਇਹ ਮਸੰਦ ਇੰਨੇ ਹੰਕਾਰੀ ਹੋ ਗਏ ਕਿ ਇੱਕ ਪ੍ਰਕਾਰ ਨਾਲ ਆਪ ਹੀ ਗੁਰੂ ਬਣ ਬੈਠੇ ਸਨ। ਸਾਧ ਸੰਤਾਂ ਦੇ ਡੇਰੇ ਬਿਲਕੁਲ ਉਹਨਾਂ ਮਸੰਦਾਂ ਦਾ ਹੀ ਦੂਜਾ ਰੂਪ ਹਨ। ਗੁਰੂ ਘਰ ਵਿੱਚ ਪਹੁੰਚਾਏ ਜਾਣ ਵਾਲੀ ਸਿੱਖਾਂ ਦੀ ਕਮਾਈ ਦਾ ਦਸਵੰਧ ਆਪ ਹੀ ਖਾਣ ਲੱਗ ਪਏ ਸਨ। ਸ਼ਿਕਾਇਤਾਂ ਆਉਣ 'ਤੇ ਕਲਗੀਧਰ ਜੀ ਨੇ ਪੜਤਾਲ ਕੀਤੀ ਤਾਂ ਗੰਭੀਰ ਦੋਸ਼ ਸਾਬਤ ਹੋਣ ਕਾਰਨ ਮਸੰਦ ਪ੍ਰਥਾ ਬੰਦ ਕਰ ਦਿੱਤੀ। ਅੰਮ੍ਰਿਤਪਾਨ ਕਰਾਉਣ ਸਮੇਂ ਦੀ ਸਿੱਖਿਆ ਵਿੱਚ ਮਸੰਦਾਂ ਨਾਲ ਵਰਤਣ ਦੀ ਮਨਾਹੀ ਕੀਤੀ ਜਾਂਦੀ ਹੈ। ਧਰਮ ਦੀ ਕਮਾਈ ਵਿੱਚੋਂ 10ਵਾਂ ਹਿੱਸਾ ਕੌਮੀ ਕਾਰਜਾਂ ਲਈ ਅਰਪਣ ਕਰਨਾ ਪੰਥਕ ਮਰਿਆਦਾ ਸੀ। ਸਾਰੇ ਸਿੱਖ ਇਸ ਨਿਯਮ ਦੀ ਪਾਲਣਾ ਕਰਨਾ ਆਪਣਾ ਫਰਜ਼ ਸਮਝਦੇ ਸਨ। ਇਸੇ ਕਾਰਨ ਪੰਥ ਦੇ ਕੰਮ ਬੜੀ ਯੋਗਤਾ ਅਤੇ ਆਸਾਨੀ ਨਾਲ ਨੇਪਰੇ ਚੜ੍ਹਦੇ ਰਹੇ ਸਨ। ਦਾਨ ਦੇ ਪਦਾਰਥ ਅਥਵਾ ਦਾਨ ਦੇ ਧਨ ਦੀ ਵਰਤੋਂ ਨਾਲ ਪੈਦਾ ਹੋਣ ਵਾਲੀ ਨਸੂਹਤ ਦਲਿੱਦਰਤਾ ਤੋਂ ਖਾਲਸਾ ਬਚਿਆ ਰਹਿ ਕੇ ਚੜ੍ਹਦੀ ਕਲਾ ਵਿੱਚ ਵਿਚਰਿਆ ਅਤੇ ਤੇਜ ਪ੍ਰਤਾਪ ਦਾ ਮਾਲਕ ਬਣਿਆ। ਖਾਲਸੇ ਦੀ ਨਿਆਰੀ ਨੁਹਾਰ ਨੂੰ ਬਣਾਈ ਰੱਖਣ ਵਿੱਚ ਵਿਸ਼ੇਸ਼ ਸਹਾਇਤਾ ਕਰਨ ਵਾਲੀ ਇਸ ਦਸਵੰਧ ਦੀ ਮਰਜ਼ਾਦਾ ਬਾਰੇ ਕਲਗੀਧਰ ਜੀ ਦੇ ਹਜ਼ੂਰੀਏ ਸਿੱਖ ਵਿਦਵਾਨਾਂ ਦੇ ਕਥਨ ਇਸ ਪ੍ਰਕਾਰ ਹਨ। ਦਸਵੰਧ ਗੁਰੂ ਨੇ ਦੇਵਹੀ, ਝੂਠ ਬੋਲ ਜੋ ਖਾਏ, ਕਹਿ ਗੋਬਿੰਦ ਸਿੰਘ ਲਾਲ ਜੀ, ਤਿਸ ਕਾ ਕਛ ਨਾ ਵਿਸਾਹ। ਤਨਖਾਹਨਾਮਾ ਭਾਈ ਨੰਦ ਲਾਲ ਸਿੰਘ ਜੀ। 10 ਨਖ ਕਰ ਜੋ ਕਾਰ ਕਮਾਵੇ, ਤਾਂ ਕਰ ਜੋ ਧਨ ਘਰ ਮੈਂ ਆਵੈ। ਤਿਹ ਤੇ ਗੁਰ ਦਸਵੰਧ ਜੋ ਦੇਈ, ਸਿੰਘ ਜੋ ਜਸ ਬੋ ਜਗ ਮੇਲੇ। ਰਹਿਤਨਾਮਾ ਭਾਈ ਦੇਸਾ ਸਿੰਘ। ਧਰਮ ਕਿਰਤ ਦੇ ਨਫੇ ਵਿੱਚੋਂ ਗੁਰ ਅਰਥ ਦਸਵੰਧ ਹੋਵੇ। ਰਹਿਤਨਾਮਾ ਭਾਈ ਚੌਪਾ ਸਿੰਘ। ਜੋ ਆਪਣੀ ਕੱਛ ਕਰੋ ਕਮਾਈ, ਗੁਰ ਹਿਤ ਤਿਹੋ ਦਸਵੰਧ ਬਣਾਈ।
ਗੁਰਪ੍ਰਤਾਪ ਸੂਰਜ ਰਾਸ ਨੰਬਰ 1 ਅੰਸੂ 11। ਭੂਲੀ ਭੂਲੀ ਮੈਂ ਫਿਰੀ ਪਾਦਰ ਕਹੇ ਨ ਕੋਏ, ਪੁੱਛੋ ਜਾਏ ਸਿਆਣਿਆ ਦੁੱਖ ਕਾਟੇ ਮੇਰਾ ਕੋਏ। ਪੰਨਾ 1087। ਭਾਗ ਪੰਜਵਾਂ ਦਾਨ ਪ੍ਰਥਾ ਅਤੇ ਗੁਰਬਾਣੀ। ਪੁਸਤਕ ਦੇ ਪਹਿਲੇ ਭਾਗ ਵਿੱਚ ਜਿਸ ਮਹਾਂਪੁਰਖ ਦਾ ਨਾਮ ਕਈ ਵਾਰੀ ਆਇਆ ਹੈ, ਉਸ ਸਵਾਮੀ ਰਾਮ ਤੀਰਥ ਦੰਡੀ ਸੰਨਿਆਸੀ ਜੀ ਨੇ ਆਪਣੀ ਪੁਸਤਕ ਸਰਵੋਤਮ ਧਰਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਅਤੇ ਸਰਵੋਤਮ ਧਰਮ ਖਾਲਸਾ ਪੰਥ ਵਿੱਚ ਦੇਵਤਿਆਂ ਅਥਵਾ ਪਰਮਾਤਮਾ ਦੇ ਨਾਮ 'ਤੇ ਚਲਾਈ ਦਾਨ ਪੁੰਨ ਵਾਲੀ ਪ੍ਰਪਾਟੀ ਨੂੰ ਲੁੱਟਣ ਦੇ ਹੀਲੇ ਜਾਂ ਲੁੱਟ ਚੁੰਗ ਕਰਕੇ ਲਿਖਿਆ ਹੈ। ਹਜ਼ਾਰਾਂ ਸਾਲਾਂ ਤੋਂ ਬਣਦੇ ਆ ਰਹੇ ਸੰਸਕਾਰਾਂ ਕਾਰਨ ਦਾਨੀ ਮਨੁੱਖ ਦੀਆਂ ਜਿਹੜੀਆਂ 3 ਮਾਨਸਿਕ ਹਾਲਤਾਂ ਬਣ ਚੁੱਕੀਆਂ ਹਨ, ਉਹ ਇਸ ਪ੍ਰਕਾਰ ਹਨ। ਨੰਬਰ 1, ਦਾਨ ਦੇਣ ਦੀ ਵਿਚਾਰ ਨਾਲ ਉਪਜੀ ਖੁਸ਼ੀ ਅਥਵਾ ਉਤਸ਼ਾਹ। ਨੰਬਰ 2, ਕੀਤੇ ਦਾਨ ਨਾਲੋਂ ਹਜ਼ਾਰਾਂ ਗੁਣਾ ਵੱਧ ਮੰਗਣ ਦੀ ਅਥਵਾ ਕਈ ਗੁਣਾ ਵੱਧ ਮੋੜ ਲੈਣ ਦੀ ਲਾਲਸਾ। ਨੰਬਰ 3, ਆਪਣੀ ਸ਼ੋਭਾ ਕਰਾਉਣ ਦੀ ਭੁੱਖ। ਦਾਨੀ ਦੀਆਂ ਇਹਨਾਂ ਤਿੰਨਾਂ ਹੀ ਹਾਲਤਾਂ ਦਾ ਵਰਣਨ ਗੁਰੂ ਨਾਨਕ ਸਾਹਿਬ ਜੀ ਨੇ ਆਸਾ ਕੀ ਵਾਰ ਵਿੱਚ ਕਰਦਿਆਂ ਫੁਰਮਾਨ ਕੀਤਾ ਹੈ। ਸਤੀਆਂ ਮਨ ਸੰਤੋਖ ਉਪਜੈ, ਦੇਣੈ ਕੈ ਵਿਚਾਰ, ਦੇ ਦੇ ਮੰਗੈ ਸਾਸਾ ਗੁਣਾ, ਸ਼ੋਭ ਕਰੇ ਸੰਸਾਰ। ਪੰਨਾ 466। ਅਰਥ, ਗੁਰਦੇਵ ਜੀ ਫੁਰਮਾਨ ਕਰਦੇ ਹਨ ਕਿ ਦਾਨੀ ਮਨੁੱਖ ਸਤੀ ਦਾਨ ਕਰਨ ਦੇ ਵਿਚਾਰ ਨਾਲ ਆਨੰਦ ਅਥਵਾ ਉਤਸ਼ਾਹ ਦਾ ਅਨੁਭਵ ਕਰਦਾ ਹੈ, ਪਰ ਦਾਨ ਦੇ ਕੇ ਹਜ਼ਾਰਾਂ ਗੁਣਾ ਵੱਧ ਦੀ ਮੰਗ ਵੀ ਨਾਲ ਕਰ ਦਿੰਦਾ ਹੈ ਅਤੇ ਚਾਹੁੰਦਾ ਹੈ ਕਿ ਉਸ ਦੀ ਸ਼ੋਭਾ ਵੀ ਜ਼ਰੂਰ ਕੀਤੀ ਜਾਵੇ। ਬ੍ਰਾਹਮਣ ਦੀ ਕੁਟਲ ਨੀਤੀ ਦੀ ਪੁਸ਼ਟੀ। ਪੰਚਮ ਪਾਤਸ਼ਾਹ ਜੀ ਦੇ ਇਸ ਸ਼ਬਦ ਨਾਲ ਜੋ ਅੱਗੇ ਲਿਖਿਆ ਜਾ ਰਿਹਾ ਹੈ, ਇਸ ਦਲੀਲ ਦੀ ਪੂਰੀ ਤਰ੍ਹਾਂ ਪੁਸ਼ਟੀ ਹੋ ਜਾਂਦੀ ਹੈ ਕਿ ਦਾਨ ਪ੍ਰਥਾ ਨੂੰ ਚਾਲੂ ਕਰਨ ਦੇ ਪਿੱਛੇ ਬ੍ਰਾਹਮਣ ਦੀ ਕੁਟਲ ਨੀਤੀ ਹੀ ਕੰਮ ਕਰ ਰਹੀ ਸੀ। ਗੁਰਦੇਵ ਜੀ ਨੇ ਇਹ ਪਾਵਨ ਸ਼ਬਦ ਬ੍ਰਾਹਮਣ ਨੂੰ ਹੀ ਸੰਬੋਧਨ ਕਰਕੇ ਉਚਾਰਿਆ ਹੈ। ਦਾਨ ਦੇ ਕਰ ਪੂਜਾ ਕਰਨਾ, ਲੈਤ ਦੇਤ ਉਨ ਮੂਕਰ ਪਰਨਾ, ਜਿਤ ਦਰ ਤੁਮ ਹੈ ਬ੍ਰਾਹਮਣ ਜਾਣਾ, ਤਿਤ ਦਰ ਤੂੰ ਹੀ ਹੈ ਪਛਤਾਣਾ, ਐਸੇ ਬ੍ਰਾਹਮਣ ਡੂਬੇ ਭਾਈ, ਨਿਰਾਪਰਾਧ ਚਿਤਵੇਂ ਬੁਰਿਆਈ। ਰਹਾਉ, ਅੰਤਰ ਲੋਭ ਫਿਰੇ ਹਲਕਾਏ, ਨਿੰਦਾ ਕਰੇ ਸਿਰ ਭਾਰ ਉਠਾਏ, ਮਾਇਆ ਮੂਠਾ ਚੇਤੇ ਨਾਹੀ, ਭਰਮੇ ਭੂਲਾ ਬਹੁਤੀ ਰਾਹੀ, ਬਾਹਰ ਭੇਖ ਕਰੇ ਕਨੇਰੇ, ਅੰਤਰ ਵਿਖਿਆ ਉਤਰੀ ਘੇਰੇ, ਅਵਰ ਉਪਦੇਸੈ ਆਪ ਨ ਬੂਝੇ, ਐਸਾ ਬ੍ਰਾਹਮਣ ਕਹੀਂ ਨਾ ਸੀਜੈ, ਮੂਰਖ ਬਾਹਮਣ ਪ੍ਰਭੂ ਸੰਭਾਲ, ਦੇਖਤ ਸੁਣਤ ਤੇਰੇ ਹੈ ਨਾਲ, ਕਹੋ ਨਾਨਕ ਜੇ ਹੋਵੀ ਭਾਗ, ਮਾਨ ਛੋੜ ਗੁਰ ਚਰਣੀ ਲਾਗ। ਪੰਨਾ 372। ਅਰਥ, ਇਹੋ ਜਿਹੇ ਬ੍ਰਾਹਮਣਾਂ ਨੂੰ ਮਾਇਆ ਵਿੱਚ ਡੁੱਬਾ ਹੋਇਆ ਜਾਣੋ, ਜਿਹੜੇ ਨਿਰਦੋਸ਼ ਬੰਦਿਆਂ ਨੂੰ ਵੀ ਨੁਕਸਾਨ ਅਪੜਾਉਣ ਦੀਆਂ ਸੋਚਾਂ ਸੋਚਦੇ ਹਨ। ਅਜਿਹੀਆਂ ਭੈੜੀਆਂ ਸਕੀਮਾਂ ਬਣਾ ਬਣਾ ਕੇ ਲੋਕਾਂ ਨੂੰ ਲੁੱਟਦੇ ਅਥਵਾ ਬੇਦੋਸ਼ੀਆਂ ਦਾ ਬੁਰਾ ਤੱਕਦੇ ਹਨ। ਨਿਰਾ ਉੱਚੀ ਜਾਤ ਦਾ ਹੋਣਾ ਜਾਂ ਸ਼ਾਸਤਰ ਪੜ੍ਹੇ ਹੋਣਾ ਹੀ ਅਜਿਹੇ ਬ੍ਰਾਹਮਣ ਦਾ ਆਤਮਿਕ ਜੀਵਨ ਗਰਕ ਹੋਣੋਂ ਨਹੀਂ ਬਚਾ ਸਕਦਾ। ਰਹਾਉ, ਅਜਿਹੇ ਬ੍ਰਾਹਮਣ ਦਾ ਹਾਲ ਵੇਖੋ। ਜਜਮਾਨ ਤਾਂ ਉਹਨਾਂ ਨੂੰ ਦਾਨ ਦੇ ਕੇ ਉਹਨਾਂ ਦੀ ਪੂਜਾ ਕਰਦੇ ਹਨ, ਪਰ ਉਹ ਬ੍ਰਾਹਮਣ ਸਭ ਕੁਝ ਲੈਂਦੇ ਹੋਏ ਵੀ ਸਦਾ ਮੁੱਕਰੇ ਰਹਿੰਦੇ ਹਨ। ਕਦੇ ਆਪਣੇ ਜਜਮਾਨਾਂ ਦਾ ਧੰਨਵਾਦ ਨਹੀਂ ਕਰਦੇ, ਸਗੋਂ ਦਾਨ ਲੈ ਕੇ ਵੀ ਇਹੋ ਜ਼ਾਹਰ ਕਰਦੇ ਹਨ ਕਿ ਅਸੀਂ ਲੋਕਾਂ ਦਾ ਪਰਲੋਕ ਸਵਾਰ ਰਹੇ ਹਾਂ। ਪਰ ਹੇ ਬ੍ਰਾਹਮਣ, ਚੇਤਾ ਰੱਖ, ਜਿਸ ਪ੍ਰਭੂ ਦਰ 'ਤੇ ਆਖਰ ਜਾਣਾ ਹੈ, ਉਸ ਦਰ 'ਤੇ ਤੂੰ ਹੀ ਆਪਣੀਆਂ ਇਹਨਾਂ ਕਰਤੂਤਾਂ ਦੇ ਕਾਰਨ ਪਛਤਾਵੇਂਗਾ। ਉਂਝ ਤਾਂ ਇਹ ਬ੍ਰਾਹਮਣ ਆਪਣੇ ਆਪ ਨੂੰ ਵੇਦ ਆਦਿਕ ਧਰਮ ਪੁਸਤਕਾਂ ਦੇ ਗਿਆਤਾ ਜ਼ਾਹਰ ਕਰਦੇ ਹਨ, ਪਰ ਇਹਨਾਂ ਦੇ ਮਨ ਵਿੱਚ ਲੋਭ ਠਾਠਾਂ ਮਾਰ ਰਿਹਾ ਹੈ। ਇਹ ਲੋਭ ਨਾਲ ਹਲਕੇ ਹੋਏ ਫਿਰਦੇ ਹਨ। ਮਾਇਆ ਦੇ ਮੋਹ ਦੇ ਹੱਥੋਂ ਆਪਣੇ ਆਤਮਿਕ ਜੀਵਨ ਦੀ ਰਾਸ ਪੂੰਜੀ ਲੁਟਾ ਬੈਠਾ ਇਹ ਬ੍ਰਾਹਮਣ ਪ੍ਰਭੂ ਨੂੰ ਚੇਤਾ ਨਹੀਂ ਕਰਦਾ, ਇਸ ਪਾਸੇ ਧਿਆਨ ਨਹੀਂ ਦਿੰਦਾ। ਮਾਇਆ ਦੀ ਭਟਕਣਾ ਦੇ ਕਾਰਨ ਕੁਰਾਏ ਪਿਆ ਹੋਇਆ ਬ੍ਰਾਹਮਣ ਕਈ ਪਾਸੀਂ ਖੁਆਰ ਹੁੰਦਾ ਹੈ। ਅਜਿਹੇ ਬ੍ਰਾਹਮਣ ਦੇ ਆਪਣੇ ਅੰਦਰ ਤਾਂ ਮਾਇਆ ਡੇਰਾ ਪਾਈ ਬੈਠੀ ਹੈ, ਪਰ ਬਾਹਰ ਲੋਕਾਂ ਨੂੰ ਪਤਿਆਉਣ ਵਾਸਤੇ, ਆਪਣੇ ਆਪ ਨੂੰ ਲੋਕਾਂ ਦਾ ਧਾਰਮਿਕ ਆਗੂ ਜ਼ਾਹਰ ਕਰਨ ਵਾਸਤੇ ਕਈ ਧਾਰਮਿਕ ਭੇਖ ਕਰਦੇ ਹਨ। ਜਿਹੜਾ ਬ੍ਰਾਹਮਣ ਹੋਰਨਾਂ ਨੂੰ ਤਾਂ ਧਰਮ ਦਾ ਉਪਦੇਸ਼ ਕਰਦਾ ਹੈ,
ਪਰ ਆਪ ਉਸ ਧਰਮ ਨੂੰ ਨਹੀਂ ਸਮਝਦਾ, ਅਜਿਹਾ ਬ੍ਰਾਹਮਣ ਲੋਕ ਪਰਲੋਕ ਕਿਤੇ ਵੀ ਕਾਮਯਾਬ ਨਹੀਂ ਹੁੰਦਾ। ਹੇ ਨਾਨਕ, ਅਜਿਹੇ ਬ੍ਰਾਹਮਣ ਨੂੰ ਆਖ, ਹੇ ਬ੍ਰਾਹਮਣ, ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਯਾਦ ਕਰਿਆ ਕਰ। ਉਹ ਪਰਮਾਤਮਾ ਤੇਰੇ ਸਾਰੇ ਕੰਮ ਵੇਖਦਾ, ਤੇਰੀਆਂ ਸਾਰੀਆਂ ਗੱਲਾਂ ਸੁਣਦਾ, ਸਦਾ ਤੇਰੇ ਨਾਲ ਰਹਿੰਦਾ ਹੈ। ਜੇ ਤੇਰੇ ਭਾਗ ਜਾਗਣ ਤਾਂ ਆਪਣੀ ਉੱਚੀ ਜਾਤੀ ਤੇ ਵਿਦਵਤਾ ਦਾ ਮਾਣ ਛੱਡ ਕੇ ਗੁਰੂ ਦੀ ਸ਼ਰਨ ਆ। ਅਗਲੇ ਸ਼ਬਦ ਵਿੱਚ ਗੁਰਦੇਵ ਜੀ ਨੇ ਲਾਲਚੀ ਬ੍ਰਾਹਮਣ ਦੀ ਮਾਨਸਿਕ ਹਾਲਤ ਦਾ ਇੱਕ ਹੋਰ ਪੱਖ ਦਰਸਾਇਆ ਹੈ। ਸ਼ਰਾਧਾਂ ਆਦਿ ਸਮੇਂ ਜਦ ਬ੍ਰਾਹਮਣ ਆਪਣੇ ਜਜਮਾਨਾਂ ਦੇ ਘਰ ਭੋਜਨ ਛਕਣ ਜਾਂਦਾ ਹੈ ਤੇ ਸੁਚਮ ਦਾ ਉਚੇਚਾ ਵਿਖਾਵਾ ਕਰਨ ਵਾਸਤੇ ਆਪਣੀ ਧੋਤੀ ਦਾ ਅੱਧਾ ਹਿੱਸਾ ਬੈਠਣ ਵਾਸਤੇ ਹੇਠਾਂ ਵਿਛਾ ਲੈਂਦਾ ਹੈ। ਪਰ ਜਦ ਸੁਆਦਿਸ਼ਟ ਪਕਵਾਨ ਜਿਹੜੇ ਬ੍ਰਾਹਮਣ ਦੇ ਸ਼ਰਧਾਲੂਆਂ ਨੇ ਖਾਸ ਕਰਕੇ ਸ਼ਰਾਧਾਂ ਨਾਲ ਜੁੜੇ ਭਰਮ ਕਾਰਨ ਬ੍ਰਾਹਮਣ ਵਾਸਤੇ ਹੀ ਬਣਾਏ ਹੁੰਦੇ ਹਨ ਪਰੋਸ ਕੇ ਉਸ ਦੇ ਅੱਗੇ ਰੱਖੇ ਜਾਂਦੇ ਹਨ, ਤਾਂ ਮਨੁੱਖ ਹੋਣ ਦਾ ਚੇਤਾ ਭੁੱਲ ਬੈਠਦਾ ਹੈ ਅਤੇ ਆਪਣਾ ਢਿੱਡ ਖੋਤੇ ਵਾਂਗ ਭਰ ਲੈਂਦਾ ਹੈ। ਇਸ਼ਨਾਨ ਕਰਕੇ ਤਿਲਕ ਆਦਿਕ ਲਾ ਕੇ ਵੇਦ ਪਾਠੀ ਹੋਣ ਦਾ ਪਖੰਡ ਵੀ ਰਚਦਾ ਹੈ, ਪਰ ਉਂਝ ਲੋਕਾਂ 'ਤੇ ਜ਼ੁਲਮ ਕਰਦਾ ਹੈ। ਦਾਨ ਲੈਣ ਸਮੇਂ ਵੀ ਮਾਨੋ ਡਾਕੂ ਵਾਂਗ ਛੁਰੀ ਹੀ ਫੜੀ ਹੁੰਦੀ ਹੈ, ਭਾਵ ਦਾਨ ਦੇ ਨਾਮ ਹੇਠ ਲੋਕਾਂ ਦਾ ਲਹੂ ਪੀਂਦਾ ਹੈ। ਧੋਤੀ ਖੋਲ ਵਿਛਾਏ ਹੇਠ, ਗਰਦਬ ਵਾਂਗੂ ਲਾਹੇ ਪੇਟ, ਬਿਨ ਕਰਤੂਤੀ ਮੁਕਤ ਨਾ ਪਾਈਐ, ਮੁਕਤ ਪਦਾਰਥ ਨਾਮ ਧਿਆਈਐ। ਰਹਾਉ। ਪੂਜਾ ਤਿਲਕ ਕਰਤ ਇਸ਼ਨਾਨਾ, ਛੁਰੀ ਕਾਢ ਲੇਵੇ ਹੱਥ ਦਾਨਾ, ਵੇਦ ਪੜ੍ਹੇ ਮੁਖ ਮੀਠੀ ਬਾਣੀ, ਜੀਆਂ ਕੋਹ ਤਨਾ ਸੰਗੈ ਪ੍ਰਾਣੀ, ਕਹੋ ਨਾਨਕ ਜਿਸ ਕਿਰਪਾ ਧਾਰੈ, ਹਿਰਦਾ ਸ਼ੁੱਧ ਬ੍ਰਹਮ ਵਿਚਾਰੇ। ਅਰਥ, ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ। ਇਹ ਐਸਾ ਪਦਾਰਥ ਹੈ ਜੋ ਵਿਕਾਰਾਂ ਤੋਂ ਖਲਾਸੀ ਦਿੰਦਾ ਹੈ। ਨਾਮ ਸਿਮਰਨ ਦੀ ਕਮਾਈ ਕਰਨ ਤੋਂ ਬਿਨਾਂ ਮੋਖ ਪਦਵੀ ਨਹੀਂ ਮਿਲਦੀ। ਰਹਾਓ। ਬ੍ਰਾਹਮਣ ਆਪਣੇ ਜਜਮਾਨਾਂ ਨੂੰ ਇਹੀ ਦੱਸਦਾ ਹੈ ਕਿ ਬ੍ਰਾਹਮਣ ਨੂੰ ਦਿੱਤਾ ਦਾਨ ਮੋਖ ਪਦਵੀ ਮਿਲਣ ਦਾ ਰਸਤਾ ਹੈ। ਉਹ ਬ੍ਰਾਹਮਣ ਸ਼ਰਾਧ ਆਦਿਕ ਦੇ ਸਮੇਂ ਜਜਮਾਨ ਦੇ ਘਰ ਜਾ ਕੇ ਚੌਂਕੇ ਵਿੱਚ ਬੈਠਣ ਸਮੇਂ ਆਪਣੀ ਧੋਤੀ ਦਾ ਉੱਪਰਲਾ ਅੱਧਾ ਹਿੱਸਾ ਲਾ ਕੇ ਹੇਠਾਂ ਵਿਛਾ ਲੈਂਦਾ ਹੈ ਤੇ ਖੋਤੇ ਵਾਂਗ ਆਪਣੇ ਢਿੱਡ ਵਿੱਚ ਪਾਈ ਜਾਂਦਾ ਹੈ, ਭਾਵ ਢਿੱਡ ਨੂੰ ਖੂਬ ਨੱਕਾ ਨੱਕ ਭਰਦਾ ਹੈ। ਇਹ ਪਖੰਡੀ ਪੁਰੋਹਿਤ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਵਿਖਾਵੇ ਮਾਤਰ ਕਈ ਤਰ੍ਹਾਂ ਦੇ ਤਿਲਕ ਲਾ ਕੇ ਦੇਵਤਿਆਂ ਦੀ ਪੂਜਾ ਕਰਦਾ ਹੈ ਅਤੇ ਬੜਾ ਤੀਰਥ ਇਸ਼ਨਾਨੀ ਬਣਦਾ ਹੈ, ਪਰ ਪਰਮਾਰਥ ਸਵਾਰ ਦੇਣ ਦੇ ਨਿਰਮੂਲ ਲਾਰੇ ਦੇ ਧੋਖੇ ਨਾਲ ਗਰੀਬ ਜਜਮਾਨਾਂ ਨੂੰ ਬੇਰਹਿਮੀ ਨਾਲ ਲੁੱਟਣ ਲਈ ਹੱਥ ਵਿੱਚ ਦਾਨ ਰੂਪੀ ਛੁਰੀ ਫੜੀ ਹੋਈ ਹੈ। ਬ੍ਰਾਹਮਣ ਮੂੰਹੋਂ ਤਾਂ ਮਿੱਠੀ ਸੁਰ ਨਾਲ ਵੇਦ ਮੰਤਰ ਪੜ੍ਹਦਾ ਹੈ, ਪਰ ਆਪਣੇ ਜਜਮਾਨਾਂ ਨਾਲ ਧੋਖਾ ਕਰਦਿਆਂ ਰਤਾ ਨਹੀਂ ਝਿਜਕਦਾ। ਗੁਰਦੇਵ ਜੀ ਫਰਮਾਨ ਕਰਦੇ ਹਨ ਕਿ ਇਨ੍ਹਾਂ ਕਰਤੂਤਾਂ ਦੇ ਕਾਰਨ ਅਜਿਹਾ ਪੁਰੋਹਿਤ ਪ੍ਰਭੂ ਦੀ ਮਿਹਰ ਤੋਂ ਵਾਂਝਿਆ ਰਹਿੰਦਾ ਹੈ, ਕਿਉਂਕਿ ਜੇ ਪਰਮਾਤਮਾ ਮਿਹਰਬਾਨ ਹੁੰਦਾ ਤਾਂ ਇਹੀ ਬ੍ਰਾਹਮਣ ਉਸ ਪਰਮਾਤਮਾ ਦੇ ਗੁਣ ਆਪਣੇ ਹਿਰਦੇ ਵਿੱਚ ਵਸਾਉਂਦਾ, ਜਿਸ ਦੀ ਬਰਕਤ ਨਾਲ ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ ਤੇ ਅਜਿਹੀ ਠੱਗੀ ਫਰੇਬ ਨਾ ਕਰਦਾ। ਪੱਤਰੀ ਵੇਖ ਕੇ ਵਿਆਹ ਦਾ ਮੁਹੂਰਤ ਦੱਸਣ ਲਈ ਅਤੇ ਬੱਚੀ ਦਾ ਵਿਆਹ ਕਰਾਉਣ ਲਈ ਤਕੜੀ ਰਕਮ ਲੈਣ ਦਾ ਨਾਮ ਪੁਰੋਹਿਤ ਜੀ ਨੇ ਭਾੜਾ ਰੱਖਿਆ ਹੋਇਆ ਸੀ। ਸਤਿਗੁਰਾਂ ਨੇ ਇਸ ਧਿੰਗਾਣੇ ਦੀ ਲੁੱਟ ਦੇ ਵਿਰੁੱਧ ਇਸ ਪ੍ਰਕਾਰ ਫੁਰਮਾਨ ਕੀਤਾ, ਲੈ ਭਾੜ ਕਰੇ ਵਿਆਹ, ਕੱਢ ਕਾਗਲ ਦੱਸੇ ਰਾਹ, ਸੁਣ ਵੇਖੋ ਲੋਕਾ ਇਹ ਵਿਡਾਣ, ਮਨ ਅੰਧਾ ਨਾਉ ਸੋ ਜਾਣ। ਪੰਨਾ 471। ਸੁਣੋ ਲੋਕੋ, ਇਸ ਲੁਟੇਰੇ ਪੁਰੋਹਿਤ ਦੀ ਕਰਤੂਤ ਵੇਖੋ। ਭਾੜੇ ਦੇ ਨਾਂ 'ਤੇ ਤਕੜੀ ਰਕਮ ਲੈ ਕੇ ਵਿਆਹ ਕਰਾਉਂਦਾ ਹੈ ਅਤੇ ਪੱਤਰੀ ਵੇਖਣ ਦਾ ਪਖੰਡ ਕਰਕੇ ਲੋਕਾਂ ਨੂੰ ਮਾੜੇ ਮਹੂਰਤਾਂ ਤੋਂ ਬਚ ਕੇ ਚੰਗੇ ਮਹੂਰਤਾਂ 'ਤੇ ਕਾਰਜ ਕਰਨ ਦਾ ਰਸਤਾ ਦੱਸਦਾ ਹੈ। ਕਿੱਡੇ ਅਚਰਜ ਦੀ ਗੱਲ ਹੈ। ਉਂਝ ਤਾਂ ਲੋਭ ਲਾਲਚ ਵਿੱਚ ਅੰਨਾ ਹੋਇਆ ਫਿਰਦਾ ਹੈ, ਪਰ ਫਿਰ ਵੀ ਆਪਣੇ ਆਪ ਨੂੰ ਸੁਜਾਨ ਪੰਡਤ ਅਖਵਾਉਂਦਾ ਹੈ। ਅਜਿਹੇ ਠੱਗ ਪੁਰੋਹਿਤ ਦੇ ਧੋਖੇ ਤੋਂ ਬਚ ਕੇ ਰਹਿਣ ਲਈ ਗੁਰਦੇਵ ਜੀ ਨੇ ਇਹ ਵਡਮੁੱਲਾ ਉਪਦੇਸ਼ ਹੋਕਾ ਦਿੱਤਾ। ਬ੍ਰਾਹਮਣ ਨੇ ਇਸ ਭਾੜੇ ਨੂੰ ਦਾਨ ਕਹਿ ਕੇ ਇਸ ਲੁੱਟ ਫੀਸ ਨੂੰ ਫਲਦਾਇਕ ਪੁੰਨ ਕਰਮ ਘੋਸ਼ਿਤ ਕਰ ਦਿੱਤਾ। ਲੋਕਾਂ ਨੂੰ ਇਸ ਭਰਮ ਜਾਲ ਵਿੱਚ ਫਸਾ ਕੇ ਬ੍ਰਾਹਮਣ ਨੇ ਹੋਰ ਵੀ ਵੱਧ ਲੁੱਟ ਮਚਾ ਦਿੱਤੀ। ਗਰੀਬਾਂ ਦੇ ਸੱਚੇ ਹਮਦਰਦ ਸਤਿਗੁਰੂ ਜੀ ਨੇ ਅਜਿਹੇ ਜ਼ੁਲਮੀ ਕਾਰੇ ਕਰੀ ਜਾਣ ਵਾਲੇ ਬ੍ਰਾਹਮਣ ਨੂੰ ਹੀ
ਸੰਬੋਧਨ ਕਰਕੇ ਫੁਰਮਾਨ ਕੀਤਾ, ਤੁਧ ਸਿਰ ਲਿਖਿਆ ਸੋ ਪੜ੍ਹ ਪੰਡਤ, ਅਵਰਾਂ ਨੂੰ ਨਾ ਸਿਖਾਲ ਵਿਖਿਆ। ਪਹਿਲਾਂ ਫਾਹਾ ਪਿਆ ਪਾਂਦੇ, ਪਿੱਛੋਂ ਦੇ ਗਲ ਚਾਟੜਿਆਂ। ਸੱਸੇ ਸੰਜਮ ਗਇਓ ਮੂੜੇ, ਏਕ ਦਾਨ ਤੁਧ ਕੁਥਾਈ ਲਿਆ। ਸਾਈ ਪੁੱਤਰੀ ਜਜਮਾਨ ਕੀ ਸਾਹ ਤੇਰੀ, ਏਤ ਧਨ ਖਾਧੈ ਤੇਰਾ ਜਨਮ ਗਿਆ। ਪੰਨਾ 435। ਅਰਥ, ਹੇ ਪੰਡਤ, ਤੇਰੇ ਆਪਣੇ ਮੱਥੇ ਉੱਤੇ ਜੋ ਮਾਇਆ ਵਾਲਾ ਲੇਖ ਲਿਖਿਆ ਹੋਇਆ ਹੈ, ਪਹਿਲਾਂ ਤੂੰ ਉਸ ਲੇਖ ਨੂੰ ਪੜ੍ਹ। ਭਾਵ ਪਿਛਲੇ ਕੀਤੇ ਕਰਮਾਂ ਅਨੁਸਾਰ ਜੋ ਸੰਸਕਾਰ ਤੇਰੇ ਅੰਦਰ ਇਕੱਠੇ ਹੋਏ ਪਏ ਹਨ, ਉਹਨਾਂ ਦੇ ਅਧੀਨ ਤੂੰ ਨਿਰੀ ਮਾਇਆ ਦੀ ਖਾਤਰ ਉਮਰ ਗੁਜ਼ਾਰ ਰਿਹਾ ਹੈ, ਪਰ ਆਪਣੇ ਆਪ ਨੂੰ ਪੰਡਤ ਸਮਝਦਾ ਤੇ ਪੰਡਤ ਅਖਵਾਉਂਦਾ ਹੈ। ਪੰਡਤ ਦਾ ਇਹ ਕਰਤੱਵ ਨਹੀਂ ਕਿ ਉਸ ਨੂੰ ਆਪਣੇ ਆਤਮਿਕ ਜੀਵਨ ਦੀ ਰਤਾ ਵੀ ਸੂਝ ਨਾ ਹੋਵੇ। ਨਿਰੀ ਮਾਇਆ ਦੀ ਖਾਤਰ ਦੌੜ ਭੱਜ ਛੱਡ ਤੇ ਹੋਰਨਾਂ ਚਾਟੜਿਆਂ ਨੂੰ ਵੀ ਨਿਰੀ ਮਾਇਆ ਦਾ ਹੀ ਲੇਖਾ ਪੱਤਰਾ ਨਾ ਸਿਖਾਲ। ਨਿਰੀ ਮਾਇਆ ਦਾ ਲੇਖਾ ਪੜ੍ਹਾਉਣ ਵਾਲੇ ਪਾਂਦੇ ਨੇ ਪਹਿਲਾਂ ਆਪਣੇ ਗਲ ਵਿੱਚ ਮਾਇਆ ਦੀ ਫਾਹੀ ਪਾਈ ਹੈ, ਫਿਰ ਉਹੀ ਫਾਹੀ ਆਪਣੀ ਚੇਲਿਆਂ ਦੇ ਗਲ ਪਾ ਦਿੰਦਾ ਹੈ। ਆਪਣੇ ਆਪ ਨੂੰ ਪੰਡਤ ਸਮਝਣ ਵਾਲੇ ਹੇ ਮੂਰਖ, ਨਿਰੀ ਮਾਇਆ ਦੀ ਖਾਤਰ ਪੜ੍ਹਨ ਪੜ੍ਹਾਉਣ ਦੇ ਕਾਰਨ ਲਾਲਚ ਵਸ ਹੋ ਕੇ ਤੂੰ ਜੀਵਨ ਜੁਗਤ ਵੀ ਗਵਾ ਬੈਠਾ ਹੈ। ਪ੍ਰੋਤ ਹੋਣ ਕਰਕੇ ਤੂੰ ਆਪਣੇ ਜਜਮਾਨਾਂ ਪਾਸੋਂ ਹਰ ਦਿਨ ਦਿਹਾੜ 'ਤੇ ਦਾਨ ਲੈਂਦਾ ਹੈ, ਪਰ ਇੱਕ ਦਾਨ ਤੂੰ ਆਪਣੇ ਜਜਮਾਨਾਂ ਕੋਲੋਂ ਬੜਾ ਮਾੜਾ ਲਿਆ ਹੈ। ਜਜਮਾਨ ਦੀ ਧੀ ਤੇਰੀ ਹੀ ਧੀ ਹੈ। ਧੀ ਦੇ ਵਿਆਹ 'ਤੇ ਜਜਮਾਨ ਪਾਸੋਂ ਦਾਨ ਲੈਣਾ ਬੜੀ ਘਟੀਆ ਲੁੱਟ ਹੈ। ਅਜਿਹਾ ਅੰਨ ਖਾਣ ਨਾਲ, ਅਜਿਹੇ ਪੈਸੇ ਨਾਲ ਤੂੰ ਆਪਣਾ ਆਤਮਿਕ ਜੀਵਨ ਨਸ਼ਟ ਕਰ ਲਿਆ ਹੈ। ਗੁਰਬਾਣੀ ਦੇ ਇਹਨਾਂ ਸ਼ਬਦਾਂ ਤੋਂ ਇਹ ਸਮਝਣ ਵਿੱਚ ਸ਼ੱਕ ਨਹੀਂ ਰਹਿ ਜਾਂਦਾ ਕਿ ਦਾਨ ਪ੍ਰਥਾ ਨਰੋਲ ਬ੍ਰਾਹਮਣੀ ਲੁੱਟ ਨੀਤੀ ਦੀ ਉਪਜ ਹੈ। ਬ੍ਰਾਹਮਣ ਆਪਣੇ ਆਪ ਨੂੰ ਉੱਚ ਜਾਤੀ ਵਾਲਾ ਅਥਵਾ ਜਜਮਾਨਾਂ ਦਾ ਮੁਕਤੀ ਦਾਤਾ ਦੱਸ ਕੇ ਜਜਮਾਨਾਂ ਕੋਲੋਂ ਦਾਨ ਦੇ ਬਹਾਨੇ ਲਹੂ ਪਸੀਨੇ ਦੀ ਕਮਾਈ ਇਸ ਤਰ੍ਹਾਂ ਉਗਰਾਉਂਦਾ ਸੀ ਜਿਵੇਂ ਕੋਈ ਠੱਗ ਜਾਂ ਡਾਕੂ ਮਨੁੱਖਾਂ ਨੂੰ ਲੁੱਟਦਾ ਸੀ, ਮਾਨੋ ਉਹਨਾਂ ਦਾ ਲਹੂ ਨਿਚੋੜਦਾ ਹੈ। ਆਓ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਅਨੁਸਾਰ ਜੀਵਨ ਢਾਲ ਕੇ ਆਪਣੇ ਭਾਗ ਚੰਗੇ ਬਣਾ ਲਈਏ। ਲੋਭ ਵਿਕਾਰ ਜਿੰਨਾ ਮਨ ਲਾਗਾ, ਹਰ ਵਿਸਰਿਆ ਪੁਰਖ ਚੰਗੇਰਾ। ਓਏ ਮਨਮੁਖ ਮੂੜ ਅਗਿਆਨੀ ਕਹੀਏ, ਤਿਨ ਮਸਤਕ ਭਾਗ ਮੰਦੇਰਾ। ਬਬੇਕ ਬੁੱਧ ਸਤਿਗੁਰ ਤੇ ਪਾਈ, ਗੁਰ ਗਿਆਨ ਗੁਰੂ ਪ੍ਰਭ ਕੇਰਾ। ਜਾਂ ਨਾਨਕ ਨਾਮ ਗੁਰੂ ਤੇ ਪਾਇਆ, ਧੁਰ ਮਸਤਕ ਭਾਗ ਲਖੇਰਾ। ਪੰਨਾ 711। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਦੂਜਾ। ਲੇਖਕ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਦੂਜੇ ਕਾਂਡ ਦਾ 5ਵਾਂ ਅਤੇ 6ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।